ਵੈਲਕਮ ਬੈਕ। ਮੈਂ ਮਨਵੀਰ ਕੌਰ। ਅੱਜ ਦੀ ਵੀਡੀਓ ਬਣਾਉਣ ਦਾ ਸੰਦਰਭ ਇੱਥੋਂ ਪੈਦਾ ਹੋਇਆ ਜਦੋਂ ਦਿਮਾਗ ਦੇ ਵਿੱਚ ਕਾਫੀ ਦਿਨਾਂ ਤੋਂ ਇਹੀ ਸਵਾਲ ਚੱਲ ਰਿਹਾ ਸੀ ਕਿ ਕੀ ਬਾਦਲਾਂ ਨੂੰ, ਅਕਾਲੀ ਦਲ ਨੂੰ ਬੇਅਦਬੀ ਦੇ ਕੇਸਾਂ 'ਚੋਂ ਕਲੀਨ ਚਿੱਟ ਮਿਲ ਚੁੱਕੀ ਹੈ। ਕਿਉਂਕਿ ਜਿਸ ਦਿਨ ਤੋਂ ਭਗਵੰਤ ਮਾਨ ਜੀ ਪੰਜਾਬ ਦੇ ਚੀਫ ਮਿਨਿਸਟਰ ਉਹਨਾਂ ਦੇ ਨਾਲ SIT ਦੇ ਮੁਖੀ ਜਿਹੜੇ ਪੂਰੀ ਜਾਂਚ ਕਰ ਰਹੇ ਸੀ, ਔਰ ਨਾਲ ਕੁਝ ਕੁ ਸਿੱਖ ਆਗੂ ਜਿਹੜੇ ਕਹੇ ਜਾ ਰਹੇ ਨੇ, ਉਹਨਾਂ ਨੂੰ ਜਦੋਂ ਇੱਕ ਰਿਪੋਰਟ ਕਿਤਾਬ ਦੀ ਸ਼ਕਲ ਦੇ ਵਿੱਚ ਉਹ ਸਬਮਿਟ ਕਰ ਰਹੇ ਸੀ, ਉਹਨਾਂ ਨੂੰ ਦੇ ਰਹੇ ਸੀ ਮਿਲ ਕੇ, ਤਾਂ ਇੱਦਾਂ ਲੱਗਦਾ ਸੀ ਕਿ ਕੀ ਇਹ ਅਕਾਲੀ ਦਲ ਖਾਸ ਤੌਰ 'ਤੇ ਬਾਦਲਾਂ ਨੂੰ ਬੇਅਦਬੀ ਦੇ ਕੇਸਾਂ 'ਚੋਂ ਕਲੀਨ ਚਿੱਟ ਦਿੱਤੀ ਜਾ ਰਹੀ ਹੈ। ਪਰ ਇਸ ਚੀਜ਼ ਨੂੰ ਸਿੱਧੇ ਤੌਰ 'ਤੇ ਕਿਤੇ ਵੀ ਕਿਹਾ ਨਹੀਂ ਜਾ ਰਿਹਾ। ਸੋ ਇਸ ਚੀਜ਼ ਨੂੰ ਅੱਜ ਦੇ ਇਸ ਕੇਸ ਦੇ ਅੱਜ ਦੀ ਇਸ ਵੀਡੀਓ ਰਿਪੋਰਟ ਦੇ ਵਿੱਚ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ, ਇਹਨਾਂ ਦੋਨਾਂ ਤੇ ਬਾਪ ਬੇਟਾ ਦੋਨੋਂ ਐਂਡ ਅਕਾਲੀ ਦਲ ਤੇ ਆਲ ਟੂਗੈਦਰ ਇਹੀ ਇਲਜ਼ਾਮ ਜਿਹੜਾ ਹਮੇਸ਼ਾ ਆਉਂਦਾ ਰਿਹਾ, ਬਦਨਾਮੀ ਆਈ ਉਹਨਾਂ ਦੇ ਉੱਤੇ, ਇੱਕ ਦਾਗ ਲੱਗਾ ਕਿ ਉਹ ਬੇਅਦਬੀਆਂ ਦੇ ਦੋਸ਼ੀ ਨੇ। ਮੈਂ ਵੀ ਕਈ ਵੀਡੀਓਜ਼ ਅਕਾਲੀ ਦਲ ਦੇ ਟੌਪਿਕ ਤੇ ਬਣਾਈਆਂ ਸੀ, ਤਾਂ ਉੱਥੇ ਲੋਕਾਂ ਦੇ ਕਮੈਂਟ ਵੀ ਇਹ ਆਏ ਸੀ ਕਿ ਇਹ ਬੇਅਦਬੀ ਦੇ ਦੋਸ਼ੀ ਨੇ, ਇਸ ਕਰਕੇ ਇਹ ਹਾਰ ਜਾਣਗੇ, ਕਦੀ ਵੀ ਖੜੇ ਨਹੀਂ ਹੋ ਸਕਦੇ ਦੁਬਾਰਾ। ਇਹਨਾਂ ਦਾ ਜਿਹੜਾ ਹਾਸ਼ੀਆਗ੍ਰਸਤ ਇਹਨਾਂ ਦੀ ਇਸ ਟਾਈਮ ਪੋਲਿਟਿਕਸ ਹੈ, ਕਦੀ ਵੀ ਉੱਭਰ ਕੇ ਨਹੀਂ ਆ ਸਕਦੀ ਕਿਉਂਕਿ ਇਹ ਬੇਅਦਬੀ ਦੇ ਦੋਸ਼ੀ ਨੇ। ਪਰ ਇਹ ਜਿਹੜੀ ਰਿਪੋਰਟ ਸਬਮਿਟ ਕੀਤੀ ਗਈ ਹੈ, ਜਿਹਨੂੰ ਫਾਈਨਲ ਰਿਪੋਰਟ ਕਿਹਾ ਜਾ ਰਿਹਾ, ਔਰ ਪੂਰੀ ਇਨਕੁਆਇਰੀ ਦੀ ਜਿੰਨੀਆਂ ਵੀ ਚਾਰਜ ਸ਼ੀਟਸ ਫਾਈਲ ਹੋਈਆਂ ਉਹਨਾਂ ਨੂੰ ਕੰਪਾਈਲ ਕਰਕੇ ਉਹ ਨੋਟਬੁੱਕ ਬਣਾਈ ਗਈ ਹੈ, ਉਹਦੇ ਵਿੱਚ ਕਿਤੇ ਵੀ ਅਕਾਲੀ ਦਲ ਦਾ ਨਾਮ, ਕੋਈ ਵੀ ਪੋਲੀਟੀਕਲ ਲਿੰਕ ਨਹੀਂ ਆਇਆ, ਔਰ ਖਾਸ ਤੌਰ 'ਤੇ ਬਾਦਲਾਂ ਦਾ ਨਾਮ ਤਾਂ ਬਿਲਕੁਲ ਵੀ ਨਹੀਂ ਆਇਆ। ਸੋ ਕੀ ਇਹਦਾ ਮਤਲਬ ਹੋ ਗਿਆ ਕਿ ਇਹ ਇੱਕ ਕਲੀਨ ਚਿੱਟ ਦੇ ਦਿੱਤੀ ਗਈ ਹੈ, ਜਿਹਦੇ ਬਾਰੇ ਬੋਲ ਕੇ ਕਿਹਾ ਨਹੀਂ ਜਾ ਰਿਹਾ, ਪਰ ਉਹ ਲਿਖ ਕੇ ਕੰਪਾਈਲ ਕਰਕੇ, ਇੱਕ ਪ੍ਰਦਰਸ਼ਨ ਕਰਕੇ, ਇੱਕ ਸਿੰਬੋਲਿਕ ਜਿਹੜੀ ਪਿਕਚਰ ਸੀਗੀ ਉਹ ਅਪਲੋਡ ਕਰਕੇ ਕਹਿ ਦਿੱਤਾ ਗਿਆ ਕਿ ਬਾਦਲਾਂ ਦਾ ਇਹਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਸੀ। ਉਹ ਬਾਦਲ, ਉਹ ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ, ਜਿਨ੍ਹਾਂ ਤੇ ਪਿਛਲੇ 7 ਸਾਲਾਂ ਤੋਂ ਬੇਅਦਬੀ ਦੇ ਦੋਸ਼ ਲੱਗਦੇ ਆ ਰਹੇ ਨੇ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਚਲੀ ਗਈ, ਕਾਂਗਰਸ ਦੀ ਸਰਕਾਰ ਚਲੀ ਗਈ, ਨਵੀਂ ਸਰਕਾਰ ਆ ਗਈ, 3 ਸਰਕਾਰਾਂ ਬਦਲ ਗਈਆਂ। ਤਿੰਨਾਂ ਸਰਕਾਰਾਂ ਦੇ ਵੇਲੇ ਤੋਂ ਅਕਾਲੀ ਦਲ ਤੇ ਬੇਅਦਬੀ ਦੇ ਜਿਹੜੇ ਇਲਜ਼ਾਮ ਸੀਗੇ ਉਹ ਲੱਗਦੇ ਆ ਰਹੇ ਸੀ। 7, 8 ਜਾਂ 9 SITs ਬਣੀਆਂ, CBI ਕੋਲ ਜਾਂਚ ਗਈ, ਇਹਦੇ ਵਿੱਚ ਵੀ ਇਹੀ ਕਿਹਾ ਜਾ ਰਿਹਾ ਸੀ ਕਿ ਬੇਅਦਬੀ ਦੇ ਦੋਸ਼ੀ ਨੇ ਬਾਦਲ। ਪਰ ਅਲਟੀਮੇਟਲੀ ਹੋਇਆ ਕਿ ਅੱਜ ਦੇ ਸਮੇਂ ਦੇ ਵਿੱਚ ਬਾਦਲਸ ਦਾ ਜਾਂ ਕਿਸੇ ਵੀ ਪੋਲੀਟੀਕਲ ਲਿੰਕ ਨੂੰ ਉਹਦੇ ਵਿੱਚੋਂ ਇਨਕਾਰ ਕਰ ਦਿੱਤਾ ਗਿਆ ਕਿ ਬੇਅਦਬੀ ਦੇ ਵਿੱਚ ਕੋਈ ਵੀ ਪੋਲੀਟੀਕਲ ਲਿੰਕ ਨਹੀਂ ਸੀ। ਸਿਰਫ ਔਰ ਸਿਰਫ ਜਿਹੜਾ ਰਾਮ ਰਹੀਮ ਹੈ, ਉਹ ਬਲਾਤਕਾਰੀ ਬਾਬਾ ਹੈ, ਉਹੀ ਇੱਕ ਮੇਨ ਜਿਹੜਾ ਮਾਸਟਰਮਾਈਂਡ ਸੀ, ਉਹਨੇ ਹੀ ਸਾਰਾ ਕੰਮ ਕਰਵਾਇਆ ਸੀ। ਪਰ ਪਿਛਲੇ 7 ਸਾਲਾਂ ਤੋਂ ਜਿਸ ਤਰ੍ਹਾਂ ਅਕਾਲੀ ਦਲ ਨੂੰ ਟਾਰਗੇਟ ਕੀਤਾ ਗਿਆ ਕਿ ਬੇਅਦਬੀਆਂ ਦੇ ਦੋਸ਼ੀ ਇਹ ਨੇ, ਇੱਕ ਤਰ੍ਹਾਂ ਨਾਲ ਪੂਰਾ ਪੰਜਾਬ ਬੇਅਦਬੀਆਂ ਦਾ ਮੁੱਖ ਦੋਸ਼ੀ ਜਿਹੜਾ ਸੀਗਾ ਉਹ ਅਕਾਲੀ ਦਲ ਦੀ ਸਰਕਾਰ ਨੂੰ ਮੰਨਦਾ ਰਿਹਾ ਹੈ। ਉਹ ਅੱਜ ਵੀ ਲੋਕਾਂ ਦੇ ਵਿੱਚ ਇਹ ਜਿਹੜਾ ਨੈਰੇਟਿਵ ਉਹ ਸਪਰੈਡ ਆ, ਉਹ ਆਪਾਂ ਦੇਖ ਪਾ ਰਹੇ ਹਾਂ, ਕਿਉਂਕਿ ਲੋਕ ਸਭਾ ਚੋਣਾਂ ਸੰਗਰੂਰ ਦੇ ਵਿੱਚ ਅਕਾਲੀ ਦਲ ਸਭ ਤੋਂ ਹੇਠਲੇ ਨੰਬਰ ਤੇ ਹੈ। ਉਸ ਟਾਈਮ ਵੀ ਇਹੀ ਚੱਲਿਆ ਕਿ ਨੋਟਾਂ ਦੇ ਨਾਲ ਕੰਪੀਟੀਸ਼ਨ 'ਚ ਅਕਾਲੀ ਦਲ। ਸੋ ਅਕਾਲੀ ਦਲ ਭਾਜਪਾ ਸਰਕਾਰ ਸੀ 2015 ਦੇ ਵਿੱਚ ਜਦੋਂ ਬੇਅਦਬੀ ਕਾਂਡ ਹੋਇਆ ਸੀ, ਔਰ ਉਸ ਤੋਂ ਬਾਅਦ ਗੋਲੀ ਚੱਲੀ ਸੀਗੀ ਕੋਟਕਪੂਰਾ ਬਾਈਬਲ, ਉਹ ਦੈਟਸ ਅ ਡਿਫਰੈਂਟ ਸਟੋਰੀ। ਇਹ ਬੇਅਦਬੀਆਂ ਦੇ ਕੇਸਾਂ ਦੇ ਵਿੱਚੋਂ ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ ਜਿਹੜੇ ਉਸ ਟਾਈਮ CM ਐਂਡ ਡਿਪਟੀ CM ਸੀਗੇ, ਉਹਨਾਂ ਨੂੰ ਇੱਕ ਤਰ੍ਹਾਂ ਦੇ ਨਾਲ ਕਲੀਨ ਚਿੱਟ ਮਿਲਦੀ ਹੋਈ ਦਿਖ ਰਹੀ ਹੈ। ਫਿਰ ਸਵਾਲ ਪੈਦਾ ਹੁੰਦਾ ਹੈ ਕਿ ਇੰਨੇ ਸਾਲਾਂ ਤੋਂ, 7 ਸਾਲ ਤੋਂ ਵੱਧ ਸਮੇਂ ਤੋਂ ਇਸ ਚੀਜ਼ ਤੇ ਸਿਆਸਤ ਕਰਕੇ ਬਾਦਲ ਪਰਿਵਾਰ ਨੂੰ, ਉਸ ਸਮੇਂ ਦੇ ਜਿਹੜੇ ਤਤਕਾਲੀ ਉਸ ਸਮੇਂ ਦੇ ਚੀਫ ਮਿਨਿਸਟਰ ਸੀ, ਡਿਪਟੀ CM ਸੀ, ਔਰ ਉਸ ਟਾਈਮ ਦੀ ਰੂਲਿੰਗ ਪਾਰਟੀ ਸੀ, ਉਹਨਾਂ ਨੂੰ ਇਹ ਬਲੇਮ ਗੇਮ ਕਿਉਂ ਖੇਡੀ ਗਈ? ਸਿਰਫ ਔਰ ਸਿਰਫ ਸਿਆਸੀ ਵੋਟਾਂ ਬਟੋਰਨ ਦੇ ਲਈ, ਜਾਂ ਸਿਰਫ ਔਰ ਸਿਰਫ ਅਕਾਲੀ ਦਲ ਨੂੰ ਪੰਥਕ ਜਿਹੜੀ ਉਹ ਪੰਥਕ ਹੱਦਾਂ ਦੇ ਉੱਤੇ, ਪੰਥਕ ਕੁਰਸੀਆਂ ਦੇ ਉੱਤੇ, ਜਿਹੜਾ ਪੰਥਕ ਵੋਟਾਂ ਦੇ ਉੱਤੇ ਜਿਹੜਾ ਉਹਨਾਂ ਦਾ ਕਬਜ਼ਾ ਸੀ, ਉਹਨਾਂ ਨੂੰ ਪਿੱਛੇ ਕਰਨ ਦੇ ਲਈ? ਕਿਉਂਕਿ ਹੁਣ ਜਿਹੜੀ ਫਾਈਨਲ ਰਿਪੋਰਟ ਕਹੀ ਜਾ ਰਹੀ ਹੈ, ਇਹਦੇ 'ਚ ਕਿਤੇ ਵੀ ਕਿਸੇ ਵੀ ਪੋਲੀਟੀਕਲ ਪਾਰਟੀ ਦਾ ਕੋਈ ਲਿੰਕ ਸਾਹਮਣੇ ਨਹੀਂ ਆਇਆ। ਸੋ ਐਵੇਂ ਲੱਗਣ ਲੱਗ ਗਿਆ ਕਿ ਇਹ ਬੇਅਦਬੀ ਦੇ ਕੇਸ ਨੂੰ ਅਕਾਲੀ ਦਲ ਦੇ ਨਾਲ ਜੋੜ ਕੇ ਦੇਖਣਾ, ਕਿਉਂਕਿ 3 ਸਰਕਾਰਾਂ ਚਲੀਆਂ ਗਈਆਂ, ਕਾਂਗਰਸ ਨੇ ਵੀ ਆਪਣੀ ਜਾਂਚ ਕੀਤੀ, ਸ਼੍ਰੋਮਣੀ ਅਕਾਲੀ ਦਲ ਨੇ ਵੀ ਕੀਤੀ, ਹੋਰ ਆਮ ਆਦਮੀ ਪਾਰਟੀ ਨੇ ਬੜੀ ਕਾਹਲੀ ਦੇ ਵਿੱਚ ਕੁੰਵਰ ਵਿਜੇ ਪ੍ਰਤਾਪ MLA ਜਿਹੜੇ ਅੰਮ੍ਰਿਤਸਰ ਤੋਂ ਹੈਗੇ ਆ, ਉਹਨਾਂ ਨੇ ਵਿਧਾਨ ਸਭਾ ਦੇ ਇਸ ਲਾਈਵ ਸੈਸ਼ਨ ਜਿਹੜਾ ਬਜਟ ਦਾ ਸੀ, ਉਹਦੇ ਵਿੱਚ ਉਹਨਾਂ ਨੇ ਸਪੈਸ਼ਲ ਮੰਗ ਕੀਤੀ ਸੀ ਕਿ ਅੱਧੇ ਘੰਟੇ ਦਾ ਸੈਸ਼ਨ ਘੱਟੋ ਘੱਟ ਇੱਥੇ ਬੁਲਾਇਆ ਜਾਵੇ, ਜਾਂ ਉਹਨਾਂ ਨੂੰ 10 ਮਿੰਟ ਬੋਲਣ ਦਾ ਸਮਾਂ ਮਿਲੇ। ਪਰ ਉਹਨਾਂ ਨੂੰ ਦੋਨੋਂ ਚੀਜ਼ਾਂ ਉਹਨਾਂ ਦੀਆਂ ਜਿਹੜੀਆਂ ਨਹੀਂ ਫੋਲੋ ਕੀਤੀਆਂ ਗਈਆਂ। ਪਰ ਅਲਟੀਮੇਟਲੀ CM ਭਗਵੰਤ ਮਾਨ ਨੇ ਬੜੀ ਕਾਹਲੀ ਦੇ ਵਿੱਚ ਇਸ ਰਿਪੋਰਟ ਨੂੰ, ਜਿਹੜੀ ਸਿਰਫ ਕੰਪਾਈਲੇਸ਼ਨ ਹੈ, ਉਹਨੂੰ ਇੱਕ ਤਰ੍ਹਾਂ ਨਾਲ ਕੁਛ ਪੰਥਕ ਆਗੂਆਂ ਦੇ ਅੱਗੇ, ਉਹ ਪੰਥਕ ਆਗੂਆਂ ਨਾਲ ਵੀ ਬਾਹਲੇ ਲੋਕ ਜਿਹੜੇ ਸਿੱਖ ਲੋਕ ਨੇ ਉਹ ਸਹਿਮਤ ਨਹੀਂ ਆ ਵੀ ਉਹ ਕੌਣ ਸੀ, ਉਹਨਾਂ ਨੂੰ ਹੈਂਡਓਵਰ ਕਰਕੇ ਇੱਕ ਫੋਟੋ ਆਪਰੇਸ਼ਨ ਕੀਤਾ ਗਿਆ, ਪਬਲਿਸਿਟੀ ਲੈ ਲਈ ਗਈ। ਸੋ ਇਹਦੇ ਵਿੱਚ ਐਵੇਂ ਲੱਗਦਾ ਹੈ ਕਿ ਜਿਹੜੀ ਵੀ ਪੋਲਿਟਿਕਸ
ਅਕਾਲੀ ਦਲ ਦੇ ਨਾਲ ਬੇਅਦਬੀਆਂ ਦੇ ਅਰਾਊਂਡ ਖੇਡੀ ਗਈ ਹੈ ਉਹ ਬਿਲਕੁਲ ਹੁਣ ਖਤਮ ਹੁੰਦੀ ਲੱਗਦੀ ਪਈ ਆ। ਪਰ ਇਟ ਡਜ਼ਨਟ ਮੀਨ ਕਿ ਇਹਦੇ ਨਾਲ ਅਕਾਲੀ ਦਲ ਨੂੰ ਟੋਟਲੀ ਕਲੀਨ ਚਿੱਟ ਮਿਲ ਗਈ, ਬਟ ਦੇਰ ਆਰ ਸਟਿਲ ਮੈਨੀ ਕੇਸਿਸ ਪੈਂਡਿੰਗ। ਬਹੁਤ ਇੱਦਾਂ ਦੇ ਕੇਸ ਹੈ ਜਿਹੜੇ ਗੋਲੀ ਕਾਂਡ ਜਿਹੜਾ ਹੋਇਆ ਸੀ ਕੋਟਕਪੂਰਾ ਐਂਡ ਬਹਿਬਲ ਦੇ ਨਾਲ ਜੁੜੇ ਹੋਏ ਆ। ਇੱਥੇ ਕੁਛ ਕੁ ਪੁਆਇੰਟ ਹੈ ਉਹ ਮੈਂ ਤਾਂ ਦੱਸਣਾ ਚਾਹੁੰਦੀ ਹਾਂ ਕਿਉਂਕਿ ਤੁਹਾਨੂੰ ਇਹ ਨਾ ਲੱਗੇ ਕਿ ਮੈਂ ਅਕਾਲੀ ਦਲ ਦੇ ਫੇਵਰ ਦੀ ਵੀਡੀਓ ਬਣਾ ਰਹੀ ਹਾਂ। ਮੈਂ ਕਿਤੇ ਵੀ ਇਹ ਸਾਬਿਤ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੀ ਕਿ ਅਕਾਲੀ ਦਲ ਸਰਕਾਰ ਦਾ ਕੋਈ ਵੀ ਦੋਸ਼ ਇਹਦੇ ਵਿੱਚ ਨਹੀਂ ਹੋਏਗਾ। ਬੇਅਦਬੀਆਂ ਦੇ ਵਿੱਚ ਤਾਂ ਆਪਣੇ ਸਾਹਮਣੇ ਹੀ ਆ ਚੁੱਕਾ ਕਿ ਉਹਨਾਂ ਦਾ ਕੁਝ ਵੀ ਉਹਦੇ ਵਿੱਚ ਲਿੰਕ ਨਹੀਂ ਆਇਆ, ਰਾਦਰ ਕਿਸੇ ਵੀ ਪੋਲੀਟੀਕਲ ਪਾਰਟੀ ਦਾ ਨਹੀਂ ਆਇਆ। ਪਰ ਇੱਥੇ ਦੇਰ ਆਰ ਮੈਨੀ ਅਦਰ ਕੇਸਿਸ ਜਿਹੜੇ ਕੋਟਕਪੂਰਾ ਦੇ ਵਿੱਚ ਔਰ ਬਹਿਬਲ ਦੇ ਵਿੱਚ ਜਿਹੜੇ ਉਹ ਗੋਲੀਆਂ ਚੱਲੀਆਂ ਸੀ ਸ਼ਾਂਤਮਈ ਪ੍ਰਦਰਸ਼ਨ ਕਰਦੇ ਹੋਏ ਲੋਕਾਂ ਦੇ ਉੱਤੇ, ਜਿਹੜੇ ਆਰਾਮ ਨਾਲ ਬੈਠੇ ਉੱਥੇ ਗੁਰਬਾਣੀ ਕੀਰਤਨ ਐਂਡ ਗੁਰਬਾਣੀ ਪ੍ਰਸਾਰ ਹੋ ਰਿਹਾ ਸੀ, ਇਸ ਤਰ੍ਹਾਂ ਉਹਨਾਂ ਦੇ ਉੱਤੇ ਜਿਸ ਤਰ੍ਹਾਂ ਦਾ ਪੁਲਿਸ ਦਾ ਐਕਸ਼ਨ ਸੀ ਉਹਦੇ ਤੇ ਜਿਹੜੀਆਂ SITs ਆ ਉਹਨਾਂ ਦੀ ਰਿਪੋਰਟ ਹਜੇ ਆਉਣੀ ਬਾਕੀ ਹੈ। ਸੋ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਹੁਣ ਆਪਾਂ ਇਹ ਸੋਚ ਸਕਦੇ ਹਾਂ ਕਿ ਅਕਾਲੀ ਦਲ ਜਿਹੜਾ ਅਕਾਲੀ ਦਲ ਮਾਈਟ ਸੈਲੀਬ੍ਰੇਟ ਆਪਣੀ ਇਸ ਚੀਜ਼ ਨੂੰ ਕਿ ਉਹਨਾਂ ਦਾ ਨਾਮ ਇਹਦੇ ਵਿੱਚ ਨਹੀਂ ਆਇਆ ਫॉर ਲਾਈਕ ਫਿਊ ਡੇਜ਼ ਔਰ ਮੰਥਸ ਮੇ ਬੀ, ਪਰ ਜਦੋਂ ਅਗਲੀ ਉਹਨਾਂ ਦੀ ਰਿਪੋਰਟ ਆਏਗੀ ਜਿਹੜੀ ਗੋਲੀ ਕਾਂਡ ਦੇ ਨਾਲ ਜਿਹੜੀ SITs ਆ ਤਾਂ ਦੈਨ ਹੋ ਸਕਦਾ ਹੈ ਕਿ ਉੱਥੇ ਸ਼੍ਰੋਮਣੀ ਅਕਾਲੀ ਦਲ ਜਿਨ੍ਹਾਂ ਦੀ ਉਸ ਸਮੇਂ ਸਰਕਾਰ ਸੀ ਉੱਥੇ ਬਹੁਤ ਸਾਰੇ ਕੁਐਸਚਨ ਜਿਹੜੇ ਹੈਗੇ ਨੇ ਉਹਨਾਂ ਦਾ ਜਵਾਬ ਮਿਲੇ। ਹੁਣ ਉਹ ਸਵਾਲ ਕਿਹੜੇ ਨੇ ਜਿਨ੍ਹਾਂ ਤੇ ਅਕਾਲੀ ਦਲ ਤੇ ਅੱਜ ਵੀ ਬਲੇਮ ਕੀਤਾ ਜਾਂਦਾ ਹੈ। ਸੋ ਬੇਅਦਬੀ ਦੇ ਬਲੇਮਸ ਜਿਹੜੇ ਲੱਗਦੇ ਨੇ ਅਕਾਲੀ ਦਲ ਤੇ ਉਹ ਤਾਂ ਇੱਕ ਤਰ੍ਹਾਂ ਦੇ ਆਪਾਂ ਨੂੰ ਨਜ਼ਰ ਆ ਰਹੇ ਨੇ ਕਿ ਸਾਈਡ ਤੇ ਹੋ ਚੁੱਕੇ ਆ, ਪਰ ਇੱਥੇ ਹੋਰ ਵੀ ਬਹੁਤ ਸਾਰੇ ਸਵਾਲ ਨੇ ਜਿਹੜੇ ਉਸ ਸਮੇਂ ਦੀ ਅਕਾਲੀ ਦਲ ਸਰਕਾਰ ਦੇ ਖਿਲਾਫ ਖੜੇ ਨੇ। ਸਭ ਤੋਂ ਪਹਿਲਾ ਕੁਐਸਚਨ ਜੋ ਅਕਾਲੀ ਦਲ ਦੇ ਉੱਪਰ ਅੱਜ ਵੀ ਖੜਾ ਹੈ, ਜਿਹੜਾ ਸ਼ੱਕ ਪੈਦਾ ਕਰਦਾ ਉਹਨਾਂ ਦੀ ਸਾਰੀ ਭੂਮਿਕਾ ਨੂੰ ਸ਼ੱਕੀ ਬਣਾਉਂਦਾ, ਉਹ ਇਹ ਹੈ ਕਿ ਅਕਾਲੀ ਦਲ ਨੇ ਖਾਸ ਤੌਰ ਤੇ ਜਿਹੜੇ ਉਹਨਾਂ ਦੇ ਲੀਡਰਸ ਆ ਜਿਹੜੇ ਬਾਦਲਸ ਆ ਉਹਨਾਂ ਵੱਲੋਂ ਕੋਈ ਸਪਸ਼ਟੀਕਰਨ ਨਹੀਂ ਦਿੱਤਾ ਗਿਆ ਬੇਅਦਬੀ ਦੇ ਉੱਤੇ, ਜਿਹਦੇ ਉੱਤੇ ਇਸ ਪੂਰੇ ਇਵੈਂਟ ਦੇ ਨਾਲ ਜੋੜ ਕੇ ਕਿਤੇ ਵੀ ਚੀਜ਼ਾਂ ਨੂੰ ਕਲੀਅਰ ਨਹੀਂ ਕੀਤਾ ਗਿਆ। ਕਈ ਤਰ੍ਹਾਂ ਦੀਆਂ ਕੰਸਪਾਇਰੇਸੀਜ਼ ਦੇ ਨਾਲ ਜੋੜਨ ਲੱਗ ਗਏ ਕਿ ਇਹ ਬਾਹਰਲੀਆਂ ਤਾਕਤਾਂ ਨੇ ਸਾਡੇ ਖਿਲਾਫ ਸਾਜ਼ਿਸ਼ ਕੀਤੀ ਹੈ। ਉਸ ਤੋਂ ਬਾਅਦ ਉਹਨਾਂ ਨੇ ਸਿਟਸ ਬਣਾਈਆਂ, ਕਿੰਨੀਆਂ ਸਿਟ ਬਣੀਆਂ ਉਹਦੀ ਵੀ ਉਹ ਅਗਲਾ ਪੁਆਇੰਟ ਹੈ ਬੇਸਿਕਲੀ, ਉਹਦਾ ਵੀ ਬੇਸਿੱਟਾ ਰਹਿਣਾ ਜਿਹੜਾ ਉਹ ਇਹਨਾਂ ਦੇ ਉੱਪਰ ਢਿੱਲੀ ਕਾਰਵਾਈ ਬਾਦਲ ਸਰਕਾਰ ਦੇ ਦੌਰਾਨ ਜਿਹੜੀ ਬੇਅਦਬੀ ਕਾਂਡ ਤੋਂ ਬਾਅਦ ਵਾਲੀਆਂ ਜਿਹੜੀਆਂ ਕਾਰਵਾਈਆਂ ਦੇ ਵਿੱਚ ਹੋਈ ਹੈ ਉਹ ਇਹਨਾਂ ਦੇ ਉੱਪਰ ਕੁਐਸਚਨ ਮਾਰਕ ਖੜੇ ਕਰਦੀ ਹੈ। ਇਸ ਤੋਂ ਇਲਾਵਾ ਅਕਾਲੀ ਦਲ ਜਿਹੜਾ ਪੰਥਕ ਔਰਾ ਦੇ ਵਿੱਚੋਂ ਹੀ ਨਿਕਲ ਕੇ ਸਾਹਮਣੇ ਆਇਆ ਹੈ, ਪੰਥਕ ਜ਼ਰੂਰਤਾਂ ਦੇ ਵਿੱਚੋਂ ਹੀ ਅਕਾਲੀ ਦਲ ਦੀ ਸਥਾਪਨਾ ਹੁੰਦੀ ਹੈ ਔਰ ਉਹੀ ਪਾਰਟੀ ਜਦੋਂ ਬੇਅਦਬੀ ਹੁੰਦੀ ਹੈ ਗੁਰੂ ਗ੍ਰੰਥ ਸਾਹਿਬ ਦੀ, ਔਰ ਉਹ ਦੈਟ ਵਾਜ਼ ਅ ਟੈਰੀਬਲ ਬੇਅਦਬੀ ਜਿਹੜੀ ਕਿ ਹਰ ਇੱਕ ਸਿੱਖ ਨੂੰ ਜਿਹੜੀ ਉਹ ਇਮੋਸ਼ਨਲੀ ਝੰਜੋੜ ਕੇ ਰੱਖ ਦਿੰਦੀ ਹੈ। ਉਸ ਤੇ ਉਹਨਾਂ ਨੇ ਕਿਤੇ ਵੀ ਮੋਰਲ ਗਰਾਊਂਡਸ ਦੇ ਉੱਤੇ ਕੋਈ ਚੀਜ਼ ਲੋਕਾਂ ਨੂੰ ਇਮੋਸ਼ਨਲੀ ਹੀਲ ਕਰਨ ਦੇ ਲਈ ਕੋਈ ਵੀ ਇੱਦਾਂ ਦਾ ਫੈਸਲਾ ਨਹੀਂ ਲਿਆ ਜਿੱਥੇ ਉਹ ਆਪਣੀ ਨੈਤਿਕਤਾ ਦੇ ਆਧਾਰ ਦੇ ਉੱਤੇ ਕਹਿ ਦੇਣ ਕਿ ਹਾਂ ਅਸੀਂ ਅਸਤੀਫਾ ਦੇ ਰਹੇ ਹਾਂ ਜਾਂ ਅਸੀਂ ਇਹ ਚੀਜ਼ ਬਦਲ ਰਹੇ ਹਾਂ ਜਾਂ ਅਸੀਂ ਪੁਲਿਸ ਦੀ ਕਾਰਵਾਈ ਨੂੰ ਬਹੁਤ ਫਾਸਟ ਟਰੈਕ ਤੇ ਕਰਾਵਾਂਗੇ। ਜਿਹੜੀਆਂ ਇਨੀਸ਼ੀਅਲ 2 ਸਿਟਸ ਵੀ ਬਣਦੀਆਂ ਨੇ, ਜਿਹੜੀਆਂ ਇਮੀਡੀਏਟਲੀ ਜਦੋਂ 1 ਜੂਨ 2015 ਨੂੰ ਇਹ ਪੂਰੀ ਬੇਅਦਬੀ ਵਾਲਾ ਜਿੱਥੋਂ ਗੁਰੂ ਗ੍ਰੰਥ ਸਾਹਿਬ ਚੋਰੀ ਹੁੰਦੇ ਨੇ ਗੁਰਦੁਆਰੇ ਤੋਂ, ਉਸ ਤੋਂ ਬਾਅਦ ਜਿਹੜੀਆਂ ਸਿਟਸ ਵੀ ਬਣਦੀਆਂ ਨੇ ਉਹਨਾਂ ਦੀ ਜਿਹੜੀ ਕਾਰਵਾਈ ਸੀ ਉਹ ਬਹੁਤ ਢਿੱਲੀ ਰਹਿੰਦੀ ਹੈ। ਇੱਥੋਂ ਹੀ ਦੂਜਾ ਪੁਆਇੰਟ ਸ਼ੁਰੂ ਹੁੰਦਾ ਹੈ ਕਿ ਜਦੋਂ SITs ਦੀ ਕਾਰਵਾਈ ਬਹੁਤ ਢਿੱਲੀ ਰਹੀ ਉਸ ਟਾਈਮ ਸ਼੍ਰੋਮਣੀ ਅਕਾਲੀ ਦਲ ਸਰਕਾਰ ਵੱਲੋਂ ਉਹਨਾਂ ਆਫੀਸਰਸ ਦੇ ਖਿਲਾਫ ਕੋਈ ਵੀ ਇੱਦਾਂ ਦਾ ਐਕਸ਼ਨ ਨਹੀਂ ਲਿਆ ਗਿਆ ਜਿਹੜਾ ਉਹਨਾਂ ਦੇ ਲਈ ਪਨਿਸ਼ਮੈਂਟ ਉਹਨਾਂ ਦੀ ਬਣਦੀ ਸੀ। ਮੇ ਵੀ ਉਹਨਾਂ ਨੂੰ ਬਰਖਾਸਤ ਕੀਤਾ ਜਾ ਸਕਦਾ ਸੀ, ਮੇ ਵੀ ਉਹਨਾਂ ਨੂੰ ਲਾਈਨ ਹਾਜ਼ਰ ਕੀਤਾ ਜਾ ਸਕਦਾ ਸੀ ਜਾਂ ਬਹੁਤ ਤਰ੍ਹਾਂ ਦੇ ਹੋਰ ਐਕਸ਼ਨ ਸਰਕਾਰ ਲੈ ਸਕਦੀ ਸੀ, ਉਹਨਾਂ ਤੋਂ ਜਵਾਬ ਮੰਗ ਸਕਦੀ ਸੀ। ਪਰ ਉਹ ਜਿਹੜੀਆਂ ਸ਼ੁਰੂਆਤੀ ਦੌਰ ਦੀਆਂ SITs ਆ ਉਹ ਵੀ ਬੇਸਿੱਟਾ ਰਹੀਆਂ ਤੇ ਉਸ ਤੋਂ ਬਾਅਦ ਆਉਣ ਵਾਲੀਆਂ ਵੀ ਖੈਰ ਬੇਸਿੱਟਾ ਹੀ ਰਹੀਆਂ, ਕੋਈ ਕਲੀਅਰ ਉਹ ਇਨਵੈਸਟੀਗੇਸ਼ਨ ਨਹੀਂ ਕਰਕੇ ਦੇ ਸਕੀਆਂ। ਬਟ ਢਿੱਲੀ ਕਾਰਵਾਈ ਅਕਾਲੀ ਦਲ ਸਰਕਾਰ ਦੀ ਉਸ ਟਾਈਮ ਆਪਣੇ ਪੁਲਿਸ ਆਫੀਸਰਸ ਦੇ ਉੱਪਰ ਉਹ ਇੱਕ ਬਹੁਤ ਵੱਡਾ ਕੁਐਸਚਨ ਮਾਰਕ ਅੱਜ ਵੀ ਅਕਾਲੀ ਦਲ ਦੇ ਭਵਿੱਖ ਦੇ ਲਈ ਔਰ ਅਕਾਲੀ ਦਲ ਦੇ ਅਕਸ ਦੇ ਲਈ ਬਹੁਤ ਗਲਤ ਹੈ। ਇਹ ਨਹੀਂ ਕਿ ਬੇਅਦਬੀ ਦੇ ਕੇਸ ਦੇ ਵਿੱਚ ਉਹਨਾਂ ਦਾ ਨਾਮ ਨਹੀਂ ਆਇਆ ਔਰ ਬਾਕੀ ਚੀਜ਼ਾਂ ਦੇ ਵਿੱਚੋਂ ਵੀ ਉਹ ਨਿਕਲ ਗਿਆ, ਪਰ ਕੋਟਕਪੂਰਾ ਐਂਡ ਜਿਹੜਾ ਦੂਸਰਾ ਗੋਲੀकांड ਸੀ ਜਿਹਦੇ ਵਿੱਚ 2 ਜਾਣਿਆਂ ਦੀ ਮੌਤ ਵੀ ਹੁੰਦੀ ਹੈ ਔਰ ਉਹਨਾਂ ਦੇ ਜਿਹੜੇ ਵਾਰਿਸ ਨੇ ਉਹ ਅੱਜ ਵੀ ਧਰਨਾ ਲਾ ਕੇ ਬੈਠੇ ਹੋਏ ਨੇ। ਸੋ ਇੱਥੇ ਇਹ ਵੀ ਗੱਲ ਵਿੱਚ ਮੈਂ ਕਹਿਣਾ ਚਾਹੁੰਦੀ ਹਾਂ ਵੀ ਭਗਵੰਤ ਮਾਨ ਸਰਕਾਰ ਵੱਲੋਂ ਵੀ SIT ਦੀ ਰਿਪੋਰਟ ਜਿਹੜੀ ਸੀ ਉਹਨੂੰ ਕੰਪਾਈਲ ਕਰਕੇ ਦੇ ਕੇ ਇੱਕ ਤਰ੍ਹਾਂ ਫਾਈਨਲ ਰਿਪੋਰਟ ਤਾਂ ਦੇ ਦਿੱਤੀ ਗਈ, ਬਟ ਫਿਰ ਵੀ ਉਹ ਜਿਹੜੇ ਪ੍ਰੋਟੈਸਟਿੰਗ ਜਿਹੜੇ ਧਰਨਾ ਲਾ ਕੇ ਕੰਟੀਨਿਊਅਸਲੀ ਲੱਗੇ ਹੋਏ ਆ, ਚੋਣਾਂ ਤੋਂ ਪਹਿਲਾਂ ਨੇ ਉਹਨਾਂ ਨੇ ਧਰਨਾ ਲਾ ਲਿਆ ਸੀ, ਉਹਨਾਂ ਦੇ ਨਾਲ ਕੋਈ ਵੀ ਖਾਸ ਗੱਲਬਾਤ ਭਗਵੰਤ ਮਾਨ ਸਰਕਾਰ ਵੱਲੋਂ ਨਹੀਂ ਕੀਤੀ ਗਈ ਔਰ ਇਸ ਰਿਪੋਰਟ ਦੇ ਨਾਲ ਉਹ ਜ਼ਿਆਦਾ ਖੁਸ਼ ਵੀ ਨਹੀਂ ਹੈਗੇ। ਇਸ ਤੋਂ ਇਲਾਵਾ ਅਕਾਲੀ ਦਲ ਦੇ ਇੱਕ ਲੇਡੀ ਸੀਗੇ, ਇੱਕ ਮਹਿਲਾ ਉਮੀਦਵਾਰ ਜਾਂ ਮਹਿਲਾ ਲੀਡਰ ਸੀਗੇ ਜਿਨ੍ਹਾਂ ਨੇ ਇਹ ਗੱਲ ਕਹੀ ਸੀ ਕਿ ਡੇਰਾ ਸੱਚਾ ਸੌਦਾ ਦੇ ਨਾਲ ਜੁੜੇ ਹੋਏ ਬੰਦੇ ਜਿਨ੍ਹਾਂ ਦਾ ਨਾਮ ਬੇਅਦਬੀ ਔਰ ਬਾਅਦ ਵਾਲੀਆਂ ਘਟਨਾਵਾਂ ਦੇ ਵਿੱਚ ਆਉਂਦਾ ਆ, ਉਹ ਸੁਖਬੀਰ ਬਾਦਲ ਜੀ ਨੂੰ ਮਿਲੇ ਸੀ।
ਉਹਨਾਂ ਨੇ ਆਪ ਦੇਖਿਆ ਸੀ ਉਸ ਮਹਿਲਾ ਉਮੀਦਵਾਰ ਨੇ, ਮਹਿਲਾ ਲੀਡਰ ਨੇ, ਔਰ ਉਹਨਾਂ ਨੇ ਬਾਅਦ ਵਿੱਚ ਪਾਰਟੀ ਛੱਡ ਦਿੱਤੀ ਸੀ। ਇਹ ਇਲੈਕਸ਼ਨਾਂ ਦੇ ਡਿਊਰਿੰਗ ਹੋਇਆ ਸੀ, ਪਰ ਉਸ ਚੀਜ਼ ਤੇ ਵੀ ਅਕਾਲੀ ਦਲ ਆਪਣਾ ਕੋਈ ਸਪਸ਼ਟੀਕਰਨ ਦੇ ਨਹੀਂ ਪਾਇਆ। ਬੇਸਿਕਲੀ ਅਕਾਲੀ ਦਲ ਲੋਕਾਂ ਦੇ ਨਾਲ ਕਨੈਕਟ ਨਹੀਂ ਕਰ ਪਾਇਆ ਕਿ ਆਪਣੀ ਸਿੱਧੀ ਦਿਲ ਦੀ ਗੱਲ ਲੋਕਾਂ ਦੇ ਨਾਲ ਕਰਦਾ। ਸੋ ਇੱਥੇ ਬਹੁਤ ਸਾਰੇ ਲੂਜ਼ ਐਂਡਸ ਆ, ਜਿਹਦੇ ਨਾਲ ਇੱਕ ਉਹ ਜਿਹੜਾ ਖਲਾਅ ਹੋਣ ਕਰਕੇ ਮਨ ਘੜੰਤ ਹੀ ਕਹਾਣੀਆਂ ਔਰ ਇੱਕ ਇੱਦਾਂ ਦੇ ਥਾਟ ਜਿਹੜੇ ਘਰ ਕਰ ਚੁੱਕੇ ਨੇ, ਜਿਹੜੇ ਅਕਾਲੀ ਦਲ ਦੇ ਖਿਲਾਫ ਜਾਂਦੇ ਨੇ ਔਰ ਅਕਾਲੀ ਦਲ ਨੂੰ ਇਸ ਚੀਜ਼ ਦੀ ਬਦਨਾਮੀ ਦਿੰਦੇ ਨੇ ਕਿ ਜੋ ਵੀ ਬੇਅਦਬੀਆਂ ਹੋਈਆਂ ਨੇ, ਜੋ ਵੀ ਬੇਅਦਬੀਆਂ ਤੋਂ ਬਾਅਦ ਆਫਟਰਮੈਥ ਸੀਗਾ, ਉਹਦੇ ਵਿੱਚ ਅਕਾਲੀ ਦਲ ਦਾ ਔਰ ਖਾਸ ਤੌਰ ਤੇ ਬਾਦਲ ਪਰਿਵਾਰ ਦਾ ਹੀ ਯੋਗਦਾਨ ਸੀ। ਇੱਥੇ ਇੱਕ ਇਹ ਵੀ ਪੁਆਇੰਟ ਬਣਦਾ ਹੈ ਕਿ ਜਦੋਂ ਅਕਾਲੀ ਦਲ ਸੱਤਾ ਦੇ ਵਿੱਚ ਸੀਗਾ ਉਸ ਟਾਈਮ ਤਾਂ ਚਲੋ ਉਹਨਾਂ ਨੇ ਜੋ ਵੀ ਬੇਅਦਬੀ ਔਰ ਉਸ ਤੋਂ ਬਾਅਦ ਦੀਆਂ ਘਟਨਾਵਾਂ ਦਾ ਇਨਸਾਫ ਦਿਵਾਉਣ ਦੀ ਕੀਤਾ, ਉਹ ਕੀਤਾ। ਲੇਕਿਨ ਉਹਨਾਂ ਦੇ ਜਾਣ ਤੋਂ ਬਾਅਦ ਜਦੋਂ ਉਹ ਸੱਤਾ ਤੋਂ ਚਲੇ ਗਏ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ ਔਰ ਉਹ ਵੀ ਉਹਨਾਂ ਨੇ ਕਾਫੀ ਵੋਟਾਂ ਬਟੋਰੀਆਂ ਬੇਅਦਬੀਆਂ ਨੂੰ ਲੈ ਕੇ, ਔਰ ਬਾਅਦ ਵਿੱਚ ਆਪ ਵੀ ਉਹਨਾਂ ਨੇ ਗੁਟਕਾ ਸਾਹਿਬ ਤੇ ਸਹੁੰ ਖਾਧੀ। ਉਸ ਤੋਂ ਬਾਅਦ ਉਸ ਸਮੇਂ ਦੇ ਦੌਰਾਨ ਵੀ ਔਰ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦੌਰਾਨ ਵੀ ਅਕਾਲੀ ਦਲ ਕਿਤੇ ਵੀ ਇੱਦਾਂ ਦੀ ਕੋਈ ਭੂਮਿਕਾ ਨਹੀਂ ਨਿਭਾਉਂਦਾ ਜਿਹਦੇ ਨਾਲ ਉਹ ਸਰਕਾਰ ਦੇ ਉੱਤੇ ਦਬਾਅ ਬਣਾ ਕਿ ਬੇਅਦਬੀਆਂ ਦਾ ਇਨਸਾਫ ਦਿੱਤਾ ਜਾਵੇ। ਬੇਅਦਬੀਆਂ ਦੇ ਇਨਸਾਫ ਲਈ ਜਿਹੜੀਆਂ ਐਸਆਈਟੀਜ਼ ਕਾਂਗਰਸ ਦੇ ਟਾਈਮ 'ਚ ਬਣੀਆਂ ਸੀ, ਉਹਨਾਂ ਨੂੰ ਵੀ ਬਾਲਾ ਅਕਾਲੀ ਦਲ ਨੇ ਸਹਿਯੋਗ ਨਹੀਂ ਕੀਤਾ ਸੀ। ਜਿਵੇਂ ਕਿ ਕੁੰਵਰ ਵਿਜੇ ਪ੍ਰਤਾਪ ਦੇ ਨਾਲ ਗੱਲਬਾਤ ਕਰਨ ਤੋਂ ਹੀ ਪ੍ਰਕਾਸ਼ ਸਿੰਘ ਬਾਦਲ ਜੀ ਨੇ ਮਨਾ ਕਰਤਾ ਸੀ, ਔਰ ਜਿਹੜੇ ਉਹਨਾਂ ਦੇ ਸੁਪੀਰੀਅਰ, ਜਿਹੜੇ ਉਹਨਾਂ ਤੋਂ ਉੱਪਰ ਸੀਗੇ, ਉਹਨਾਂ ਦੇ ਹੈੱਡ ਸੀਗੇ ਸਮਥਿੰਗ, ਉਹਨਾਂ ਨੂੰ ਉੱਥੇ ਫਿਰ ਬੁਲਾਉਣਾ ਪਿਆ ਸੀਗਾ। ਸੋ ਇੱਦਾਂ ਦੇ ਬਹੁਤ ਗੱਲਾਂ ਆ ਜਿੱਥੇ ਅਕਾਲੀ ਦਲ ਨੇ ਪ੍ਰੈਸ਼ਰਾਈਜ਼ ਨਹੀਂ ਕੀਤਾ ਬਾਕੀ ਸਰਕਾਰਾਂ ਨੂੰ ਵੀ ਕਿ ਇਹਨਾਂ ਮੁੱਦਿਆਂ ਤੇ, ਕਿਉਂਕਿ ਸਿੱਖ ਪੰਥ ਦੇ ਪਰਸਪੈਕਟਿਵ ਤੋਂ ਸੋਚ ਕੇ ਬੇਅਦਬੀ ਦੇ ਮੁੱਦਿਆਂ ਤੇ ਇਨਸਾਫ ਦੀ ਜ਼ਰੂਰਤ ਸੀ, ਕਿਉਂਕਿ ਅਕਾਲੀ ਦਲ ਅਗਰ ਸ਼ੋਰ ਸੀਗਾ ਕਿ ਉਹਨਾਂ ਦਾ ਨਾਮ ਨਹੀਂ ਹੈਗਾ ਤਾਂ ਇਹ ਪ੍ਰੈਸ਼ਰ ਜਿਹੜਾ ਉਹ ਸਰਟਨਲੀ ਪੈਣਾ ਚਾਹੀਦਾ ਸੀ। ਇੱਦਾਂ ਦੇ ਕਾਰਵਾਈ ਦੇ ਨਾਲ, ਪੁਲਿਸ ਕਾਰਵਾਈ ਨਾਲ ਜੁੜੇ ਹੋਏ ਹੋਰ ਕਈ ਕਮਿਸ਼ਨ ਸੀ ਜਿਨ੍ਹਾਂ ਦੀਆਂ ਰਿਪੋਰਟਸ ਦਾ ਇੱਕ ਕਮਿਸ਼ਨ ਸੀ ਜਿਹਦੇ ਵਿਧਾਨ ਸਭਾ ਦੇ ਵਿੱਚ ਜਦੋਂ ਚਰਚਾ ਹੋਣੀ ਸੀ ਤਾਂ ਉੱਥੇ ਇਹ ਪਹੁੰਚੇ ਹੀ ਨਹੀਂ, ਅਕਾਲੀ ਦਲ ਆਪਣਾ ਪੱਖ ਹੀ ਨਹੀਂ ਰੱਖਿਆ। ਸੋ ਓਨਲੀ ਪੁਆਇੰਟ ਅਕਾਲੀ ਦਲ ਹੇਅਰ ਲੈਕਿੰਗ ਇਜ਼ ਕਿ ਉਹ ਲੋਕਾਂ ਦੇ ਨਾਲ, ਵੋਟਰਸ ਦੇ ਨਾਲ, ਔਰ ਖਾਸ ਤੌਰ ਤੇ ਅਗਰ ਆਪਾਂ ਸਿੱਖ ਪਰਸਪੈਕਟਿਵ ਤੋਂ ਦੇਖੀਏ ਤਾਂ ਪੰਥਕ ਜਿਹੜੇ ਲੋਕ ਨੇ ਜਾਂ ਇਹ ਸਿੱਖ ਪੰਥ ਦੇ ਵਿੱਚ ਆਉਣ ਵਾਲੇ ਜਿੰਨੇ ਵੀ ਲੋਕ ਨੇ, ਜਿੰਨੇ ਵੀ ਸਿੱਖ ਨੇ, ਉਹਨਾਂ ਨਾਲ ਇੱਕ ਕਨੈਕਟ ਨਹੀਂ ਇਸਟੈਬਲਿਸ਼ ਕਰ ਪਾ ਰਿਹਾ ਜਿੱਥੇ ਉਹਨਾਂ ਨਾਲ ਕਲੀਅਰ ਆਪਣਾ ਮੈਸੇਜ ਭੇਜ ਸਕੇ ਕਿ ਅਕਾਲੀ ਦਲ ਦਾ ਕੋਈ ਵੀ ਲੈਣ ਦੇਣ ਇਹਦੇ 'ਚ ਨਹੀਂ ਆ। ਯੈਸ, ਗੁਰਮੀਤ ਰਾਮ ਰਹੀਮ ਨੂੰ ਇਹਦੇ ਵਿੱਚ ਮੇਨ ਮਾਸਟਰਮਾਈਂਡ ਜਿਹੜਾ ਉਹ ਕਹਿ ਦਿੱਤਾ ਗਿਆ ਹੈ, ਪਰ ਗੁਰਮੀਤ ਰਾਮ ਰਹੀਮ ਦੇ ਨਾਲ ਸੁਖਬੀਰ ਬਾਦਲ ਹੋਣਾ ਦੀਆਂ ਤਸਵੀਰਾਂ ਵੀ ਨੇ, ਨਾਲ ਨਵਜੋਤ ਸਿੰਘ ਸਿੱਧੂ ਹੋਣਾ ਦੀਆਂ ਵੀ ਕਈ ਤਸਵੀਰਾਂ ਨੇ। ਸੋ ਇੱਥੇ ਮੈਂ ਕਹਿਣਾ ਇਹ ਚਾਹ ਰਹੀ ਹਾਂ ਕਿ ਗੁਰਮੀਤ ਰਾਮ ਰਹੀਮ, ਉਹ ਜਿਹੜਾ ਬਾਬਾ, ਬਲਾਤਕਾਰੀ ਬਾਬਾ ਜਿਹੜਾ ਸਜ਼ਾ ਭੁਗਤ ਰਿਹਾ ਔਰ ਅੱਜ ਕੱਲ੍ਹ ਪੇਰੋਲ ਤੇ ਬਾਹਰ ਹੈ, ਪਤਾ ਨਹੀਂ ਉਹ ਨਕਲੀ ਹੈ ਕਿ ਅਸਲੀ ਹੈ, ਉਹਦੇ ਨਾਲ ਤਾਂ ਆਲਮੋਸਟ ਹਰ ਪਾਰਟੀ ਦੇ ਜਿਹੜੇ ਨੁਮਾਇੰਦੇ ਸੀ ਉਹਦੇ ਕੋਲ ਜਾਂਦੇ ਰਹੇ ਨੇ, ਨਤਮਸਤਕ ਹੁੰਦੇ ਰਹੇ ਨੇ। ਹਾਂ, ਇੱਥੇ ਅਕਾਲੀ ਦਲ ਦੇ ਖਿਲਾਫ ਇੱਕ ਹੋਰ ਪੁਆਇੰਟ ਹੈ ਜਿਹੜਾ ਬਹੁਤ ਸੋਲਿਡਲੀ ਹਜੇ ਵੀ ਲੋਕਾਂ ਦੇ ਦਿਮਾਗਾਂ 'ਚ ਘਰ ਕਰੀ ਬੈਠਾ ਔਰ ਉਹਦੇ ਤੇ ਕਲੈਰਿਟੀ ਨਹੀਂ ਆ। ਉਹ ਇਹ ਹੈ ਕਿ ਜਿਹੜੀ ਸੌਦਾ ਸਾਧ ਜਿਹਨੂੰ ਕਿਹਾ ਜਾਂਦਾ ਬਾਬੇ ਨੂੰ, ਉਹਨੂੰ ਜਿਹੜੀ ਮਾਫੀ ਦਿੱਤੀ ਗਈ ਹੈ, ਜਿਹੜੀ ਉਹਨੂੰ ਜਿਹੜੀ ਬਿਨਾਂ ਮੰਗੀ ਮਾਫੀ ਦਿੱਤੀ ਗਈ ਔਰ ਉਸ ਮਾਫੀ ਦਾ ਮੁੜ ਕੇ ਪ੍ਰਚਾਰ ਕੀਤਾ ਗਿਆ। ਸੋ ਇਹ ਕੁਛ ਹਜੇ ਵੀ ਇੱਦਾਂ ਦੇ ਕੁਐਸਚਨ ਮਾਰਕ ਸੀਗੇ ਜਿਹੜੇ ਤੁਹਾਡੇ ਨਾਲ ਮੈਂ ਸ਼ੇਅਰ ਕਰਨਾ ਚਾਹੁੰਦੀ ਸੀ, ਪਰ ਬੇਅਦਬੀ ਦੇ ਜਿਹੜਾ ਮੁੱਦਾ ਸੀ ਉਹਦੇ ਤੋਂ ਤਾਂ ਅਕਾਲੀ ਦਲ ਦਾ ਨਾਮ ਕਿਤੇ ਵੀ ਵਿੱਚ ਨਹੀਂ ਆਇਆ, ਕਿਸੇ ਵੀ ਪੋਲੀਟੀਕਲ ਪਾਰਟੀ ਦਾ ਨਾਮ ਨਹੀਂ ਆਇਆ। ਪਰ ਇਹ ਕੁਝ ਸਵਾਲ ਖੜੇ ਨੇ ਜਿਹੜੇ ਅੱਜ ਵੀ ਅਕਾਲੀ ਦਲ ਦੇ ਉੱਪਰ ਇੱਕ ਦਾਗ ਵਜੋਂ ਲੱਗੇ ਹੋਏ ਨੇ, ਜਿਨ੍ਹਾਂ ਦੀ ਕਲੈਰੀਫਿਕੇਸ਼ਨ ਜਿਹੜੀ ਆ ਆਉਣ ਵਾਲੀਆਂ ਜਿਹੜੀਆਂ ਐਸਆਈਟੀਜ਼ ਦੀ ਰਿਪੋਰਟ ਹੈ ਮੇ ਬੀ ਉਹਨਾਂ ਦੇ ਵਿੱਚ ਹੋਵੇ, ਜਾਂ ਅਕਾਲੀ ਦਲ ਆਪਣਾ ਸਪਸ਼ਟੀਕਰਨ ਆਪ ਲੋਕਾਂ ਦੇ ਅੱਗੇ ਆਪਣਾ ਕਲੀਅਰ ਮੈਸੇਜ ਸੈਂਡ ਕਰੇ ਕਿ ਕੀ ਉਹਨਾਂ ਦੀ ਭੂਮਿਕਾ ਸੀ। ਇਹਦੇ ਵਿੱਚ ਮੈਂ ਵੀ ਗੱਲ ਕਹਿਦਾ ਵੀ ਜਿਹੜੇ ਆਫੀਸਰਸ ਨੇ, ਜਿਨ੍ਹਾਂ ਆਫੀਸਰਸ ਨੂੰ ਸਭ ਤੋਂ ਪਹਿਲਾਂ ਐਸਆਈਟੀਜ਼ ਬਣਾ ਕੇ ਇਹਦੇ ਤੇ ਪ੍ਰੋਪਰ ਜਾਂਚ ਕਰਨ ਨੂੰ ਦਿੱਤੀ ਗਈ ਸੀ, ਉਹੀ ਜਿਹੜੇ ਆਫੀਸਰਸ ਦੀ ਬਾਅਦ ਵਿੱਚ ਮੁੱਖ ਦੋਸ਼ੀ ਵੀ ਪਾਏ ਗਏ, ਕੋਟਕਪੂਰਾ ਐਂਡ ਜਿਹੜਾ ਦੂਸਰਾ ਗੋਲੀकांड ਸੀ। ਸੋ ਇੱਦਾਂ ਦੀ ਬਹੁਤ ਸ਼ੱਕੀ ਭੂਮਿਕਾਵਾਂ ਉਸ ਸਮੇਂ ਦੇ ਪੁਲਿਸ ਆਫੀਸਰਸ ਨੇ ਨਿਭਾਈਆਂ, ਪਰ ਉਹਨਾਂ ਦੇ ਉੱਤੇ ਉਹਨਾਂ ਦੇ ਵੀ ਕਈ ਸਬੰਧ ਜਿਹੜੇ ਸੀ ਉਹ ਅਕਾਲੀ ਦਲ ਪਾਰਟੀ ਦੇ ਵਿੱਚ ਸੀਗੇ। ਕਈਆਂ ਦੇ ਪਰਿਵਾਰਕ ਮੈਂਬਰ ਜੁੜੇ ਹੋਏ ਸੀ, ਕਈਆਂ ਦੇ ਪਰਿਵਾਰਕ ਮੈਂਬਰਾਂ ਨੇ ਇਲੈਕਸ਼ਨਸ ਵੀ ਕੰਟੈਸਟ ਕੀਤੇ ਹੋਏ ਸੀ। ਸੋ ਇਸ ਤਰ੍ਹਾਂ ਦੇ ਬਹੁਤ ਲਿੰਕ ਅਕਾਲੀ ਦਲ ਨਾਲ ਸੀ। ਸੋ ਅਕਾਲੀ ਦਲ ਦਾ ਇੱਥੇ ਜਿੰਨੀ, ਜੇਕਰ ਉਹ ਆਪਣੀਆਂ ਹਾਰਾਂ ਤੋਂ ਬਚਣਾ ਚਾਹੁੰਦੇ ਆ ਜਾਂ ਉਹ ਦੁਬਾਰਾ ਮੇਨ ਸਟਰੀਮ ਦੇ ਵਿੱਚ ਆਉਣਾ ਚਾਹੁੰਦੇ ਆ, ਤਾਂ ਇਹ ਕਈ ਸਵਾਲ ਹਜੇ ਰਹਿੰਦੇ ਨੇ ਜਿਨ੍ਹਾਂ ਦੇ ਜਵਾਬ ਹਜੇ ਮਿਲਣੇ ਆਪਾਂ ਨੂੰ ਬਾਕੀ ਨੇ।